I can believe anything provided it is incredible. To me, doing a press conference, a digital press conference in itself is an incredible idea. I'm doing it for the first time. So therefore, जो भी election commission ने किया है, the Congress takes a lot of pride in announcing that we are the first ones to adhere to those norms. Because ਤੁਸੀਂ ਜਿੰਨਾ ਮਰਜ਼ੀ ਕਹੋ ਮਨੁੱਖੀ ਜੀਵਨ ਤੋਂ ਉੱਤੇ ਕਿਸੇ ਚੀਜ਼ ਦਾ ਮੋਲ ਨਹੀਂ ਔਰ ਉਹਦਾ ਤੋਲ ਮੋਲ ਕੋਈ ਕਰ ਵੀ ਨਹੀਂ ਸਕਦਾ. They want to protect lives. It is very, very important that we set examples. A good example is probably the best sermon that you can preach. It is a language that everybody understands. ਮੇਰੇ ਹਿਸਾਬ ਦੇ ਨਾਲ ਅਸੀਂ ਆਪਣੀਆਂ 117 ਵਿਧਾਨ ਸਭਾਵਾਂ ਦੇ ਵਿੱਚ ਮੈਸੇਜ ਭੇਜ ਦਿੱਤਾ. It is loud and clear. And what better day, what an auspicious day, ਜਿਸ ਗੁਰੂ ਸਾਹਿਬ ਨੇ ਸਾਨੂੰ ਏਕਤਾ ਨਾਲ ਬੰਨਿਆ, ਪੰਜਾਬੀਅਤ ਨਾਲ ਬੰਨਿਆ, ਆਪਸੀ ਭਾਈਚਾਰੇ ਨਾਲ ਬੰਨਿਆ, ਖਾਲਸ ਖਾਲਸਾ ਰਚਿਆ. ਉਹ ਜੇ ਸ਼ੁਭ ਦਿਹਾੜੇ ਦੇ ਉੱਤੇ ਅਸੀਂ ਮਨੁੱਖਤਾ ਦੇ ਕਲਿਆਣ ਦੇ ਲਈ ਇੱਕ ਐਸੀ ਫਿਊਚਰਿਸਟਿਕ ਇਲੈਕਸ਼ਨ ਕੈਂਪੇਨ ਦੇ ਵੱਲ ਵਧ ਰਹੇ ਹਾਂ ਜਿਹੜੀ ਕਿ ਮੈਂ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਨਹੀਂ ਕੀਤੀ. ਸੋ ਇਟਸ ਸਮਥਿੰਗ ਨਿਊ, ਇਟਸ ਸਮਥਿੰਗ ਨੋਵਲ, but it is the need of the hour. We must accept it. In life, as in chess, it is forethought that wins, and this is the future. Look at the entire scenario. The Congress party has issued instructions, even from the Central High Command. I received those instructions well in advance. Maybe Election Commission ਦੇ announcement ਤੋਂ ਪਹਿਲਾਂ ਹੀ ਵੈਨੂਗੋਪਾਲ ਸਾਹਿਬ ਦਾ ਸਾਨੂੰ ਇਹ ਨਿਰਦੇਸ਼ ਆ ਗਿਆ ਸੀਗਾ. So as disciplined soldiers, ਇਹ ਤੈਅ ਹੈ ਕਿ digital Punjab will be the critical connect between people and the electoral parties. Therefore, for me, this time, this is going to be a digital portal fought election, because I don't think ਕਿ ਇਸ ਤੋਂ ਜ਼ਿਆਦਾ ਅਸੀਂ ਨਵੀਨੀਕਰਨ ਕਰ ਸਕਦੇ ਹਾਂ. ਤੇ ਮੈਂ ਇਸ ਗੱਲ ਦੇ ਵਿੱਚ I take a lot of pride that we have taken the initiative, we've seized the nettle, and we are the first to start with the ਦਿਸ਼ਾ ਨਿਰਦੇਸ਼ and the directions of the election commission. ਭਾਜੀ ਮੈਂ ਤੁਹਾਨੂੰ ਇੱਕੋ ਹੀ ਗੁਜ਼ਾਰਿਸ਼ ਕਰਨੀ ਹੈ ਕਿ ਇਹ ਤੇ ਸਾਡਾ ਪਰਸਨਲ ਮਾਮਲਾ ਬੜੀ ਛੇਤੀ ਹੋ ਜਾਣਾ ਜੋ ਵੀ ਹੋਣਾ, ਕਿਉਂਕਿ ਦਿਨ ਹੀ ਉਹਨੇ ਰਹਿ ਗਏ ਆ. ਮੇਰੇ ਹਿਸਾਬ ਦੇ ਨਾਲ ਅਸੀਂ ਇਸ ਚੀਜ਼ ਦੇ ਉੱਤੇ ਸਟਿਕ ਕਰੀਏ ਜਿਹੜੀ ਪ੍ਰੈਜ਼ੈਂਟ ਜਿਹਦੇ ਉੱਤੇ ਮੈਂ ਪ੍ਰੈਸ ਕਾਨਫਰੰਸ ਕਰ ਰਿਹਾ, ਨਹੀਂ ਤੇ ਫਿਰ ਮੁੱਦਾ ਕੁਝ ਹੋਰ ਹੀ ਬਣ ਜਾਂਦਾ ਔਰ ਉਹ ਕਿਸੇ ਹੋਰ ਹੀ ਪਾਸੇ ਲੰਘ ਜਾਂਦਾ. ਸੋ ਪਲੀਜ਼ ਬੇਅਰ ਵਿਦ ਮੀ. We are at it. Even today, the screening committee meeting is going on. We will take our decisions after careful thought. The Congress always, ਪਿਛਲੀ ਵਾਰ ਵੀ ਕਾਂਗਰਸ ਐਂਡ ਦੇ ਵਿੱਚ ਜਾ ਕੇ ਅਨਾਉਂਸ ਕਰਦੀ ਹੈ ਔਰ ਉਹਦੇ ਕੁਝ ਕਾਰਨ ਨੇ. We don't want to divulge it through the media. But I think we need to focus on the issues today. ਤੇ ਮੈਂ ਅੱਜ ਵੀ ਅਗਰ ਤੁਹਾਡੇ ਸਵਾਲ ਦਾ ਅਸਲੀ ਜਵਾਬ ਦੇਣਾ ਹੋਵੇ ਤੇ ਤੁਸੀਂ ਦੇਖਿਆ ਹੋਣਾ ਕਿ ਪਿਛਲੇ 5-7 ਦਿਨਾਂ ਦੇ ਵਿੱਚ ਅਸੀਂ ਇਸ਼ੂਜ਼ ਤੋਂ ਡਾਈਗਰੈਸ ਕਰ ਗਏ. ਤੁਸੀਂ ਧਿਆਨ ਨਾਲ ਨੋਟਿਸ ਕਰੋ ਕਿ ਜਦ ਦੇ ਪ੍ਰਾਈਮ ਮਿਨਿਸਟਰ ਸਾਹਿਬ ਇੱਥੇ ਆਏ ਆ, ਪੰਜਾਬ ਦੀ ਚਾਹੇ ਅਸੀਂ ਨੌਕਰੀਆਂ ਦੀ ਗੱਲ ਕਰੀਏ, ਚਾਹੇ ਅਸੀਂ ਕਿਸਾਨੀ ਦੀ ਗੱਲ ਕਰੀਏ, ਚਾਹੇ ਵੱਡੇ ਕਿਸੇ ਵੀ ਮੁੱਦੇ ਦੀ ਗੱਲ ਕਰੀਏ, ਲਾਅ ਐਂਡ ਆਰਡਰ ਦੀ ਗੱਲ ਕਰੀਏ, ਤੱਪੜ ਰੁਲ ਜਾਂਦੇ ਆ. ਸਿਰਫ ਇੱਕੋ ਹੀ ਮੁੱਦਾ ਜਿਹਾ ਰਹਿ ਜਾਂਦਾ ਹੈ ਜਿਹਦਾ ਪੰਜਾਬ ਦੀਆਂ ਜ਼ਿੰਦਗੀਆਂ ਦੇ ਉੱਤੇ ਕੋਈ ਅਸਰ ਨਹੀਂ ਹੈ ਔਰ ਪੰਜਾਬ ਜਿਹਨੂੰ ਮੰਨਦਾ ਹੀ ਹੈ ਨਹੀਂ. ਇਸ ਕਰਕੇ ਇਟ ਇਜ਼ ਵੈਰੀ ਇੰਪੋਰਟੈਂਟ ਫॉर ਅਸ ਟੂ ਪੁੱਲ ਬੈਕ ਪੀਪਲ ਔਨ ਇਸ਼ੂਜ਼. ਐਂਡ ਇਹ ਜਿਹੜੀ ਫਿਊਚਰਿਸਟਿਕ ਚੀਜ਼ ਹੈ, ਜਿਹੜਾ ਮੈਂ ਡਿਜੀਟਲ ਪੰਜਾਬ ਦੀ ਗੱਲ ਕਰਦਾ, ਇਹ ਪੰਜਾਬ ਮਾਡਲ ਦਾ ਹਿੱਸਾ ਵੀ ਹੈ. ਇਸ ਕਰਕੇ ਆਈ ਬਿਲੀਵ ਇਨ ਇਟ. ਜੇ ਮੈਂ ਅੱਜ ਇਹ ਸੁਪਨੇ 'ਚ ਸੋਚਾਂ ਕਿ ਭਾਈ ਮੈਂ ਕਰਪਸ਼ਨ ਕਿੱਦਾਂ ਦੂਰ ਕਰਾਂਗਾ, ਪੰਜਾਬ 'ਚ ਸਦੀਆਂ ਤੋਂ ਚੱਲੀ ਜਾਂਦੀ ਹੈ, ਤੇ ਇਹਨੂੰ ਕਿੱਦਾਂ ਦੂਰ ਕਰਾਂਗਾ ਮੈਂ ਇਸ ਕਰਪਸ਼ਨ ਨੂੰ, ਤੇ ਲੋਕਾਂ ਦੀ ਸਰਕਾਰ ਨੂੰ ਮੈਂ ਲੋਕਾਂ ਦੇ ਦੁਆਰ ਕਿੱਦਾਂ ਲਿਜਾਵਾਂਗਾ, ਰਾਈਟ. ਇਹ ਔਰ ਇਹ ਸਿਸਟਮ ਦਾ ਜਿਹੜਾ ਆਵਾ ਉਤਿਆ ਹੋਇਆ, ਭਾਵੇਂ ਤਹਿਸੀਲਾਂ ਦੇ ਵਿੱਚ ਜਾਓ ਉੱਥੇ ਕਰਪਸ਼ਨ ਹੈ, ਭਾਵੇਂ ਤੁਸੀਂ ਮਿਊਨਿਸਪੈਲਿਟੀਆਂ ਦੇ ਵਿੱਚ ਜਾਓ ਉੱਥੇ ਕਰਪਸ਼ਨ ਹੈ, ਜਿੱਥੇ ਜਾਓ ਉੱਥੇ ਕਰਪਸ਼ਨ ਹੈ. ਇਸ ਇੰਟਰਫੇਸ ਨੂੰ ਮੈਂ ਕਿੱਦਾਂ ਮੁਕਾ ਸਕਦਾ? ਤੇ ਉਹ ਵੀ ਡਿਜੀਟਲ ਪੰਜਾਬ ਇਜ਼ ਦੀ ਸੋਲਿਊਸ਼ਨ. ਲੋਕਾਂ ਦੀ ਸਰਕਾਰ ਉਹਨਾਂ ਦੇ ਦੁਆਰ ਜਦੋਂ ਮੈਂ ਮਿਨਿਸਟਰ ਸੀ ਪਹਿਲੇ 6 ਮਹੀਨਿਆਂ 'ਚ ਸਿਰੇ ਚਾੜਦਾ ਸੀ
और मतलब ऑनलाइन एडवर्टाइजमेंट पॉलिसी भी जिथे 50 ਲੱਖ ਕਮਾਏ ਜਾਂਦੇ ਸੀ ਉੱਥੇ 40 ਕਰੋੜ मतलब 200 400 गुना फर्क पै गया सी. Even today I think there is no way out. We will have to move towards digital Punjab, whether it is a single window system, whether it is entrepreneurship, चाहे किसी ने बर्थ सर्टिफिकेट लेने हैं, चाहे डेथ सर्टिफिकेट लेने हैं, चाहे किसी ने नक्शे बनवाने हैं. भाजी ये तुसी विदेशों ਦੇ ਵਿੱਚ अगर तुसी देखोगे और कई राज ने ऐसे स्पेशली आंध्र प्रदेश और टैक्स हैवी ਜਿਹੜੇ ਰਾਜ ਹੈਗੇ ਨੇ, ਜਿਹੜੇ ਆਤਮਨਿਰਭਰ ਰਾਜ ਨੇ, ਉਹ ਮਤਲਬ ਲੋਕਾਂ ਨੂੰ ਕੋਈ ਵੀ ਚੀਜ਼ ਅਗਰ ਉਹਨਾਂ ਨੇ ਪਾਸ ਕਰਵਾਣੀ ਹੈ, it is considered deemed to be passed once they put in their request on the computer. So we are headed in that direction. ਇਹ ਸਾਡੇ ਉੱਤੇ ਇੱਕ ਐਸੀ ਆਪਦਾ ਆ ਪਈ ਹੈ ਕਿ ਸਾਡਾ ਇਲੈਕਸ਼ਨ ਵੀ ਅੱਜ ਉਸੇ ਚੈਨਲ ਦੇ ਥਰੂ ਲੜਿਆ ਜਾਣਾ ਹੈ. Therefore I think it is very important that we prevent and prepare rather than repent and repair. कई बार बंगाल ਦੇ ਵਿੱਚ ਮੈਂ ਦੇਖਿਆ ਕਿੱਡੀਆਂ ਰੈਲੀਆਂ ਹੋਈਆਂ, ਫਿਰ we were repenting and we were repairing rather than preventing and preparing. So I think the Congress party has taken the first initiative of preparing, and with that preparedness we will be preventing. Kanchan ma'am hopes sees the invisible and conquers the impossible. The direction has come till the 15th of January. So I am the eternal optimist. I will always believe that things will change for the better. But till the 15th of January, the directions are very clear that you will have to campaign digitally and through WhatsApps or whatever it is. I've done almost 40-50 rallies throughout Punjab. The CM would have done similar amount of rallies. We hope that things will change after the 15th of January. There is every possibility, and in case things go worse, which is looking likely, then what cannot be cured has got to be endured. We will have to pass through this litmus test. Life has to be given importance, and जो साडियां सीमावां ने उन्हां दे विच रह के ही सानू पैर पसारने पैणे. देखिए, ये पॉलिटिकल पार्टी के लिए सबसे बड़ा चैलेंज है कि आप लोगों का ट्रस्ट जो है, it is a situation where you will have to regain that trust. The last 2-3 months that we've changed the chief minister, कैप्टन अमरिंदर सिंह को चेंज करने के बाद वो ट्रस्ट हमने बहुत सारा रिगेन किया है. We are coming up with a fresh agenda, और वो 5000 promises वाला एजेंडा नहीं है. It is important for us to bring pro people policies. Policy is the most important thing, not shagufas, not jugads, not schemes, but budgetary allocation के साथ research driven policies, and they should not be more than 10, 15, 5, 7 जितने भी points हैं, and उन्हीं के बीच में रह के हम लोगों को वो चीजें एड्रेस करनी चाहिए जो लोगों के असली इश्यूज हैं. और लोगों के असली इश्यूज से बड़ा इश्यू पंजाब का है. पंजाब का सबसे बड़ा इश्यू ये है कि वो लोगों को टैक्स करके सरकार चल रही है, और जो असली लोगों के हित में रिसोर्सेज यूज होने चाहिए थे वो लोगों की जेब में जा रहे हैं. सो द माफिया इज वर्किंग, एंड द माफियाज मनी हैज नेवर बीन एक्चुअली bought out of their pockets and given to the people of Punjab. क्या हो रहा है, ये बात आप बड़े ध्यान से समझ लीजिए. There is a word called ratcheting. Now ratcheting is very simple word of autocracy. क्या है autocracy? क्या है कि जी लोगों की जो ताकतें हैं, आप पंचायतें देख लीजिए, 12,000 पंचायतें हैं, जो 12,500 पंचायतें, उनकी ताकत एक कमरे में सीमित कर दी, और फिर उस कमरे से एक अगले कमरे में ले गए, 4 बंदों तक सीमित कर दी. आप 73rd अमेंडमेंट देखिए, 74th अमेंडमेंट देखिए, लोगों ने जितने भी अधिकार दिए वो चंद लोगों तक सीमित रह के वहीं से ऑपरेशन हो रहा है और वो लोगों तक नहीं पहुंच रहा. अमीर आदमी 225 करोड़ टैक्स दे रहा है, गरीब आज भी 52,000 करोड़ वर्थ ऑफ टैक्सेस वो दे रहा है. सो देयरफॉर टू डिसेंट्रलाइज पावर फ्रॉम अ फ्यू पीपल एंड मेक द पीपल ऑफ पंजाब shareholders
of power is the most important thing which will resonate the spirit of the constitution, which says power of the people must return to the people. तो ये हमारा पंजाब मॉडल कह लो, आप कांग्रेस का पंजाब मॉडल कह लो, मोर देन कांग्रेस इट इज द पीपल्स मॉडल, कि हम लोग वो पैसे लोगों तक कैसे पहुंचा सकते हैं, चोरी कैसे रोक सकते हैं, डिजिटल पंजाब कैसे खड़ा कर सकते हैं, सिंगल विंडो कैसे खड़ी कर सकते हैं, विमेन एम्पावरमेंट किस तरीके से एज एन इन्वेस्टमेंट, नॉट एन इलेक्शन स्टंट कि 18 साल की लड़की जो होगी उसके ऊपर हम वोट लेने के लिए उसको 1000 रुपया दे दें, नो, बट एज एन इन्वेस्टमेंट इन द फ्यूचर जनरेशंस. 5 साल की बेटी हो, 8वीं पढ़ी हो, उसको इंसेंटिवाइज करना, मेकिंग देम एन इंटेग्रल पार्ट ऑफ द पंजाब इकोनॉमी, उस पंजाब इकोनॉमी के इंजन का वो हिस्सा हो, चाहे कोई स्पार्क प्लग हो, चाहे कोई दूसरा हिस्सा हो, बट दे शुड मेक दी पंजाबी इंजन रन, मतलब आधी आबादी को वो पूरा हक मिले. और उसमें अगर आप देखें, हमने गृहिणी को भी बहुत बड़ा दर्जा दिया है, जो निष्काम कर्म करती है लेकिन उसके काम की कभी कोई वैल्यू नहीं पड़ती. उसके साथ जो बच्चे पढ़ रहे हैं उसमें भी द गर्ल चाइल्ड हैज ऑलवेज बीन इग्नोर्ड. आई मीन 17 की हुई नहीं, शादी कर दो, उसको दूसरे स्कूल में भेजो. I think all that has to be put to rest. The Congress president told us 50% reservation in the municipal corporations. We've given that already. We need to take it forward. It is the dream of Priyanka Gandhi ji. 40% reservation उन्होंने यूपी में दी है. हम women empowerment के लिए एक बहुत solid plan लेके आए, और उस plan को हम through the mafia money we will accomplish it to the T. There are other issues, entrepreneurship. There are other issues of giving entrepreneurship to youth. The urban employment, सबसे बड़ी बात, the urban employment guarantee mission, which is a key thing that we are offering. कि हम 5 लाख लोगों को इतनी जॉब्स देंगे. और इनकम जनरेशन में भी अगर हम बात करते हैं कि हम लोग वैट नहीं लगा रहे हैं, हम लोग ठेकेदारी सिस्टम जो है उसको तूल देते हुए हम लोग 25-30 हजार करोड़ रुपए शराब में से मिस कर रहे हैं. कम से कम नहीं 5-7 हजार करोड़ की तो चोरी है, जिसे हम डेलिबरेटली इग्नोर कर जाते हैं. राइट, दैट इज इंडिविजुअल बेनिफिट. केबल में we've never created competition, we've created a monopoly for one single family, and that is entwined. Why not create a competition so that the cable 450 से वो 200 का उसका रेट आए, और जो एक एमएसओ ये चलाता है 7-8 एमएसओ हो, ताकि वो केबल सरकार को भी 2 करोड़ टेलीविजन सेट्स को 10 लाख दिखाया जाता है, ताकि वो सरकार को भी पैसे दे, लोगों को भी बेनिफिट हो, लोग 200 में केबल देखें और सरकार को कम से कम नहीं मिनिमम 5,000 करोड़ आए. द सेम गोस फॉर सैंड. नाउ क्योंकि ये इतना स्वार्थी सिस्टम हो चुका है, क्योंकि ये सिस्टम लेजिस्लेचर की गरिमा को इतना छोटा बना चुका है, क्योंकि द पीपल चोज एमएलएज एंड एमपीज, बट इस सिस्टम को अफसरों का गुलाम बना चुका है एक चीफ मिनिस्टर या 2 चीफ मिनिस्टर 25 साल में, क्योंकि ये सिस्टम चंद लोगों तक सीमित रह चुका है. इसलिए मुझे ये लगता है कि वी नीड टू मेक अ चेंज दैट एक्चुअली बेनिफिट्स द पीपल ऑफ पंजाब. I will actually sit with the manifesto committee. There is Alka ji, Bajwa sahab, बाकी सब लोग भी हैं, and very soon you will know what the people's Punjab model is, what Congress is thinking about. It is not thinking about 250 promises, fake. It is thinking about 12, 13, 10, 8 things that we will discuss together and bring forth and say, this is how we will accomplish it, and we will do it. It is a very doable thing, but it will change this system, this ratcheting, this power in a few hands, this power which is centralized, autocracy in the garbs of democracy, iron hands in velvet gloves. All this will be changed. This masquerading will be cut off, and we will connect to the people at the lowest level. Today, the first man in the queue, the privileged class, is benefiting. I think this model will take the benefits to the last man in the queue.
जब ये पंजाब मॉडल एनविसेज होता है, जब भी जितने लोगों ने इसमें योगदान दिया है वो यही सोचते हैं कि जब कोई भी पॉलिसी बनेगी उसका फायदा कतार में आखिरी आदमी को कैसे इन्फ्लुएंस करे। देखो जी, डोर टू डोर तो ਹੁੰਦਾ ही है, ਇਹਦੇ ਚ ਕੋਈ ਸ਼ੱਕ ਨਹੀਂ ਹੈ, ਪਰ ਡੋਰ ਟੂ ਡੋਰ ਤੁਸੀਂ 5 ਘਰ ਕਰੋਗੇ, ਜਦੋਂ ਤੁਸੀਂ ਹੁਣ ਡਿਜੀਟਲ ਕਰ ਰਹੇ ਹੋ ਤੇ ਤੁਸੀਂ 5 ਲੱਖ 10 ਲੱਖ ਤੱਕ ਵੀ ਪਹੁੰਚਾ ਸਕਦੇ ਹੋ। ਇਟ ਡਿਪੈਂਡਸ ਔਨ योर ਨੈਟਵਰਕ। ਸਾਡੇ ਕਾਰਜਕਰਤਾ ਨੇ, ਸਾਡੇ ਵਰਕਰ ਨੇ, ਮਤਲਬ ਇਹ ਕੋਈ ਲੈਸ ਪਾਵਰਫੁਲ ਮੀਨਸ ਨਹੀਂ ਨੇ। ਇਹ ਦਿਸ ਇਜ਼ ਅ ਵੈਰੀ ਵੈਰੀ ਪੋਟੈਂਟ, ਵੈਰੀ ਪਾਵਰਫੁਲ ਐਂਡ ਜਿਹਦੀ ਪ੍ਰੈਜ਼ੈਂਸ ਹੈ। ਤੁਸੀਂ ਦੇਖੋ, ਮੈਂ ਆਪਣੀ ਮਾਂ ਨੂੰ ਯਾਦ ਕਰਾਂ ਤੇ ਸਾਡੇ ਕੋਲ ਕੋਈ ਫੋਨ ਨਹੀਂ ਹੁੰਦੇ ਸੀ, ਅਸੀਂ ਨੰਬਰ ਪਲੀਜ਼ ਕਰਕੇ ਕਹਿੰਦੇ ਹੁੰਦੇ ਸੀ ਲਾਈਟਨਿੰਗ ਕਾਲ ਮਿਲਾ ਦੇ ਜੀ, ਫਲਾਨਾ ਮਿਲਾ ਦੇ, ਢਮਕਾਨਾ ਮਿਲਾ ਦੇ। ਅੱਜ ਤੁਸੀਂ ਇੱਕ ਰਿਕਸ਼ੇ ਵਾਲੇ ਕੋਲ ਵੀ ਦੇਖੋ, ਉਹਦੇ ਕੋਲ ਤੁਹਾਡੇ WhatsApp ਪਹੁੰਚਦੇ ਨੇ, ਉਹਦੇ ਕੋਲ ਪੋਲੀਟੀਕਲ ਨਿਊਜ਼ ਪਹੁੰਚਦੀ ਹੈ। ਉਹ ਕਿੰਨਾ ਅਵੇਅਰ ਹੈ। ਹਾਊ ਅਵੇਅਰ ਇਜ਼ ਅ ਕਾਮਨ ਮੈਨ। You can make out the power of social media, but the social media also has a lot of adulteration. It is very important that we take our campaign of social media to the people, because this is something which has been brought upon us by God. ਹੁਣ ਰੱਬ ਨਾਲ ਤਾਂ ਨਹੀਂ ਨਾ ਲੜਨਾਂਗੇ ਅਸੀਂ। Therefore, ਜੋ ਸਾਡੇ ਵਸ ਦੇ ਵਿੱਚ ਹੈ, do your best with whatever you have, wherever you are. I think the best thing that we have today is the connection. And let me tell you, the most important facet of the Punjab model is digital Punjab governance reforms. मैं ਤੁਹਾਨੂੰ ਦੱਸ ਰਿਹਾ ਕਿ ਸਭ ਤੋਂ ਪਹਿਲੀ ਚੀਜ਼ ਜਿਹੜੀ ਅਸੀਂ ਗੱਲ ਕਰਾਂਗੇ ਸਰ, ਉਹ ਗਵਰਨੈਂਸ ਰਿਫਾਰਮਸ ਦੀ ਹੈ। to give constitutional powers to panchayats। 170 ਅਧਿਕਾਰ ਨੇ ਪੰਚਾਇਤਾਂ ਦੇ। ਰਾਜੀਵ ਗਾਂਧੀ ਜੀ ਦੀ ਸਭ ਤੋਂ ਵੱਡੀ ਵਿਜ਼ਨ ਜਿਹੜੀ ਸੀ ਪੰਚਾਇਤ ਸਵਰਾਜ ਸੀ, ਲੇਕਿਨ ਅਸੀਂ ਕਿੱਥੇ ਲਿਆ ਕੇ ਖੜੀਆਂ ਕਰਤੀਆਂ ਉਹ ਪੰਚਾਇਤਾਂ। 12,500 ਪੰਚਾਇਤਾਂ, ਉੱਥੇ ਸੈਕਟਰੀ ਚਲਾਉਂਦੇ ਨੇ ਉਹਨਾਂ ਨੂੰ। ਹਾਂਜੀ, ਉਹ ਇੱਕ ਵੀ ਡਿਸੀਜਨ ਨਹੀਂ ਲੈ ਸਕਦੇ। See the ਪੰਚਾਇਤੀ ਰਾਜ that Rajiv ji dreamt of even could levy taxes। ਉਹ ਇੱਕ ਆਤਮਨਿਰਭਰ ਚੀਜ਼ ਸੀ। 73rd amendment, 74th amendment ਉਹ ਇਹਨਾਂ ਨੂੰ ਬਿਲਕੁਲ ਆਜ਼ਾਦ ਰੱਖਦੀ ਹੈ, ਮਿਊਨਿਸਪਲ ਕਾਉਂਸਲਸ ਨੂੰ, ਮਿਊਨਿਸਪਲ ਕਮੇਟੀਆਂ ਨੂੰ ਤੇ ਪੰਚਾਇਤਾਂ ਨੂੰ। ਤੋਂ ਅਸੀਂ ਇਹ ਅਧਿਕਾਰ ਉਹਨਾਂ ਨੂੰ ਦੇਣੇ ਹੈ। We will create a new digital Punjab where more than 150 government services such as certificates, licenses, ਇਹਨਾਂ ਨੂੰ ਧਿਆਨ ਨਾਲ ਸੁਣਨਾ ਸਰ, cards, permits, approvals, business entrepreneurship will be given online। That is the vision that I envisage। And ਇਹਦੇ ਬਿਨਾ ਕਿਸੇ ਦਾ ਗੁਜ਼ਾਰਾ ਨਹੀਂ ਸਰ। ਇਹ ਜਿਹੜਾ ਸਰਕੂਲਰ ਆਇਆ ਸੀ, ਇਹ 2007 ਦੇ ਵਿੱਚ ਆਇਆ ਸੀ ਗਵਰਨਮੈਂਟ ਆਫ ਇੰਡੀਆ ਵੱਲੋਂ, ਤੇ ਅਸੀਂ ਅੱਜ ਵੀ ਈ-ਫਾਈਲਿੰਗ ਨਹੀਂ ਕਰ ਸਕੇ। ਤੇ ਮੇਰੀ ਲੜਾਈ ਉਹ ਇਸ ਗੱਲ ਦੇ ਉੱਤੇ ਸੀ। ਹੁਣ ਅੱਜ ਦੀ ਡੇਟ ਦੇ ਵਿੱਚ ਅਸੀਂ ਮੈਨੀਫੈਸਟੋ ਦੇ ਵਿੱਚ ਮੋਹਰੀ ਤੌਰ ਦੇ ਉੱਤੇ ਇਹ ਚੀਜ਼ਾਂ ਲਾ ਕੇ ਤੁਹਾਨੂੰ ਪੇਸ਼ ਕਰਕੇ ਦੇਵਾਂਗੇ ਔਰ ਤੁਹਾਨੂੰ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਆਮ ਆਦਮੀ ਦੀ ਜ਼ਿੰਦਗੀ ਇਹਦੇ ਨਾਲ ਕਿੰਨੀ ਆਸਾਨ ਹੋ ਜਾਏਗੀ। ਚਾਹੇ ਉਹ ਤਹਿਸੀਲ 'ਚ ਜਾਂਦਾ ਹੈ, ਚਾਹੇ ਉਹ ਮਿਊਨਿਸਪਲ ਕਮੇਟੀ 'ਚ ਜਾਂਦਾ ਹੈ, ਜਦੋਂ ਘਰੇ ਬੈਠੇ ਕਿਸੇ ਨੂੰ ਆਪਣੇ ਘਰ ਦਾ ਸਰਟੀਫਿਕੇਟ ਮਿਲ ਗਿਆ, ਉਹਨੇ ਨਕਸ਼ਾ ਪਾਸ ਕਰਾ ਲਿਆ, ਹਾਂਜੀ, ਤੇ ਕਰਪਸ਼ਨ ਰਹਿ ਕਿੱਥੇ ਜਾਣੀ ਹੈ ਮਹਾਰਾਜ। ਚਾਹੇ ਉਹ ਥਾਣੇ 'ਚ ਜਾਂਦਾ ਹੈ, ਚਾਹੇ ਉਹਦੇ ਲੈਂਡ ਰਿਕਾਰਡਸ ਨੇ। ਮੈਂ ਇੱਥੇ ਜ਼ੀਰਕਪੁਰ ਦੇਖਦਾ, ਜ਼ੀਰਕਪੁਰ ਜਿਹੜਾ ਮਤਲਬ ਖਸਰਾ ਨੰਬਰ ਦੇ ਉੱਤੇ ਹੀ 8-8 ਵਾਰ ਪਲਾਟ ਵਿਕਿਆ ਹੈ। ਮਤਲਬ ਗਰੀਬ ਆਦਮੀ ਖਸਰੇ ਨੰਬਰ ਲੈ ਕੇ ਥਾਣਿਆਂ ਦੇ ਵਿੱਚ ਖੜੇ ਹੁੰਦੇ ਆ। ਮਾਸਟਰ ਪਲਾਨ ਦੇ ਉੱਤੇ ਸੁਪਰ ਇੰਪੋਜ਼ ਹੋਇਆ ਹੀ ਨਹੀਂ, ਖਸਰਾ ਨੰਬਰ ਦੇ ਉੱਤੇ ਸੁਪਰ ਇੰਪੋਜ਼ ਹੋਇਆ ਹੀ ਨਹੀਂ ਮਾਸਟਰ ਪਲਾਨ। So these are small things which in the end make a big difference. I was told when I was young that small leaks can sink a big ship. I mean, these are small leaks which have sunk our ship for the last 25 years. We are now on the brink of financial emergency. Therefore, we will have to gear up and fight booted and spurred. नहीं सर, मैं ये कोई आज पहली बार तो बात की नहीं है सर। ये तो मतलब घट तो घट नहीं 60-70 रैलियां तो मेरियां हो चुकी हैं सर, उदा ही चीफ मिनिस्टर दी हो चुकी ने। ਅਸੀਂ ਇਸ ਗੱਲ ਨੂੰ ਬੜੀ ਕਲੀਅਰਲੀ ਸਮਝਾ ਚੁੱਕੇ ਹਾਂ, ਲੇਕਿਨ ਇਸ ਗੱਲ ਨੂੰ ਹੋਰ ਚੰਗੇ ਤਰੀਕੇ ਦੇ ਨਾਲ ਅਸੀਂ ਅਗਰ we want to carry it forward, so we will do it like this। ਔਰ ਮੈਂ ਬੜਾ ਕਲੀਅਰ ਆ ਸਰ ਕਿ 25 ਸਾਲ ਤੋਂ ਜਿਹੜੀ ਸਰਕਾਰ ਚੱਲ ਰਹੀ ਹੈ ਨਾ ਜੀ, ਉਹਨੇ ਆਪਣਾ ਮਾਈਂਡ ਆਊਟਸੋਰਸ ਕਰ ਦਿੱਤਾ ਹੈ। We have outsourced the mind of the government।
ਤੁਸੀਂ ਦੇਖੋ ਉਹ ਜਿਹੜੀਆਂ ਵੱਡੀਆਂ ਵੱਡੀਆਂ 4 ਕੰਪਨੀਆਂ ਨੇ, ਕੋਈ ਐਮਐਲਏ ਥੋੜਾ ਲੈਜਿਸਲੇਟ ਕਰਦਾ ਸਰ, ਤੁਹਾਨੂੰ ਗਲਤਫਹਿਮੀ ਹੈ, ਐਮਐਲਏ ਨਹੀਂ ਲੈਜਿਸਲੇਟ ਕਰਦਾ। ਉਹਨੂੰ ਤਾਂ ਇਹ ਨਹੀਂ ਪਤਾ ਹੁੰਦਾ ਵੀ ਇਹ ਲਾਅ ਕਿਹੜਾ ਆ ਰਿਹਾ। ਰਾਤੀ ਲਾਅ ਬਣਦਾ, ਸਵੇਰੇ ਉਹਦੇ ਕੋਲ ਜਦੋਂ ਆਉਂਦਾ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਮੇਰਾ ਲਾਅ, ਅੱਛਾ ਇਹ ਲਾਅ ਹੈ, that should have been done by us। ਲੇਕਿਨ ਉਹ ਇੰਨੀ ਕੁ ਆਊਟਸੋਰਸਿੰਗ ਹੋ ਚੁੱਕੀ ਹੈ ਕਿ ਵੱਡੀਆਂ ਵੱਡੀਆਂ ਕੰਪਨੀਆਂ ਉਹ ਕੰਟਰੈਕਟ ਬਣਾ ਕੇ ਹੋਰ ਤੇ ਹੋਰ, ਮਹਾਰਾਜ ਕਿਸੇ ਕਾਉਂਸਲਰ ਨੂੰ ਇਹ ਨਹੀਂ ਪਤਾ ਹੁੰਦਾ ਵੀ ਫਲਾਨੀ ਥਾਂ ਦੇ ਉੱਤੇ ਇੰਨੇ ਪੈਸੇ ਲੱਗੇ ਨੇ, ਉਹਦਾ ਟੈਂਡਰ ਕਿਹਨੇ ਬਣਾਇਆ, ਉਹ ਕੌਣ ਕਰ ਰਿਹਾ। ਇਸੇ ਤਰ੍ਹਾਂ ਸਰਪੰਚ ਨੂੰ ਨਹੀਂ ਪਤਾ ਹੁੰਦਾ ਕਿ ਉਹ ਬੀਡੀਪੀਓ ਕਿੱਥੋਂ ਆਰਡਰ ਲੈ ਕੇ ਆਇਆ ਤੇ ਉਹਦੇ ਸਾਈਨਾਂ ਤੋਂ ਬਿਨਾਂ ਅਸੀਂ ਕੀ ਕਰ ਸਕਦੇ, ਸਾਡੇ ਕੀ ਅਧਿਕਾਰ ਨੇ। ਇਹ ਬੜੀ ਖਤਰਨਾਕ ਸਿਚੁਏਸ਼ਨ ਹੈ ਸਰ, ਜਿੱਥੇ ਤੁਸੀਂ ਇੱਕ ਐਮਐਲਏ ਨੂੰ ਲੈਜਿਸਲੇਟ ਨਹੀਂ ਕਰਾ ਰਹੇ ਔਰ ਉਹਨੂੰ ਮੰਤਰਾਲੇ ਗੁਲਾਮ ਬਣਾ ਕੇ ਖੜੇ ਕਰਦੇ ਤੁਸੀਂ। ਮਤਲਬ ਮੰਤਰਾਲੇ ਗੁਲਾਮ ਬਣ ਚੁੱਕੇ ਹੈ। ਆਈਐਸ ਅਫਸਰ ਜਾਂਦਾ, ਜੋ ਚੀਫ ਮਿਨਿਸਟਰ ਕਹਿੰਦਾ ਉਹ ਕਰਦਾ ਹੈ, ਜਿਹਦਾ ਕੰਮ ਚੀਫ ਮਿਨਿਸਟਰ ਕਹਿੰਦਾ ਉਹ ਹੋ ਜਾਂਦਾ ਹੈ। It is such a centralized system, and as I am saying, the mind of the government has been outsourced completely. We need to bring it back. We need to bring it back, and certain duties to the people who are responsible. ਇੱਕ MLA ਪੁਲਿਸ ਦੇ ਥਾਣੇਦਾਰ ਦੇ ਉੱਤੇ ਡਿਪੈਂਡੈਂਟ ਨਹੀਂ ਹੋਣਾ ਚਾਹੀਦਾ, ਨਾ ਕਿ ਪੁਲਿਸ ਦੇ ਐਸਐਸਪੀ ਤੇ ਵੀ ਮੇਰਾ ਐਸਐਸਪੀ ਬਦਲਿਆ ਗਿਆ ਤਾਂ ਮੇਰਾ ਕੋਈ ਕੰਮ ਨਹੀਂ ਹੋਣਾ। ਉਹ ਕੰਮ ਤੇ ਇਨ ਰੂਟੀਨ ਹੋਣੇ ਚਾਹੀਦੇ ਆ। ਉਹਦੇ ਚ ਐਮਐਲਏ ਦਾ ਕੀ ਉਹ ਹੈ ਜੀ, ਮੈਨੂੰ ਤੁਸੀਂ ਦੱਸੋ। ਇੱਕ ਸਰਟੀਫਿਕੇਟ ਲੈਣਾ ਹੈ ਜਾਂ ਕੁਝ ਹੋਰ ਚੀਜ਼ ਲੈਣੀ ਹੈ, ਉਹ ਤੇ ਡਿਸਟ੍ਰਿਕਟ ਲੈਵਲ ਦੇ ਉੱਤੇ ਕੰਮ ਖਤਮ ਹੋਣੇ ਚਾਹੀਦੇ ਆ ਨਾ ਸਰ। ਉਹ ਸਾਰੀਆਂ ਡਿਸਟ੍ਰਿਕਟਾਂ ਨੂੰ ਛੱਡ ਕੇ ਇੱਥੇ ਇੱਕ ਸਿੰਗਲ ਵਿੰਡੋ ਸਿਸਟਮ ਇੱਕ ਥਾਂ ਦੇ ਉੱਤੇ ਖੋਲ ਰੱਖਿਆ, ਉਹਦੇ ਪਿੱਛੇ 50 ਵਿੰਡੋਆਂ ਖੁੱਲਦੀਆਂ ਨੇ। ਦੇਖੋ ਜੀ, ਇਸ ਤਰ੍ਹਾਂ ਹੈ ਕਿ ਉਹਦੇ ਚ ਬੈਟਰ ਜਵਾਬ ਤੁਹਾਨੂੰ ਚੀਫ ਮਿਨਿਸਟਰ ਸਾਹਿਬ ਦੇ ਸਕਦੇ ਆ, ਕਿਉਂਕਿ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਕੰਮ ਕੀਤਾ ਪਿਛਲੇ 2.5-3 ਮਹੀਨਿਆਂ ਦੇ ਵਿੱਚ ਅੰਡਰ ਦੀ ਲਿਮਿਟੇਸ਼ਨਸ, ਹੀ ਵੁੱਡ ਬੀ ਪ੍ਰੋਬਬਲੀ ਦੀ ਬੈਸਟ ਪਰਸਨ ਟੂ ਆਨਸਰ ਯੋਰ ਕੁਐਸਚਨ, ਬਿਕੋਜ਼ ਐਡਮਿਨਿਸਟ੍ਰੇਟਿਵ ਪਾਵਰ ਉਹਨਾਂ ਕੋਲ ਹੈ। ਜੋ ਕੁਝ ਮੈਂ ਕਰ ਸਕਦਾ ਸੀਗਾ, ਮੈਂ ਇਨ ਪਬਲਿਕ ਇੰਟਰਸਟ ਉਹਨਾਂ ਗੱਲਾਂ ਨੂੰ ਅੱਗੇ ਰੱਖਦਾ ਰਿਹਾ। ਬਹੁਤ ਫਰਕ ਹੋਇਆ। ਕੈਪਟਨ ਅਮਰਿੰਦਰ ਸਿੰਘ ਦੇ ਪੌਣੇ 5 ਸਾਲ ਕੱਪੜੇ ਪਾਉਣ ਤੇ ਰਹੇ, ਰਲ ਮਿਲ ਕੇ ਖੇਡਣ ਦੇ ਉੱਤੇ ਰਹੇ, ਤੇ ਇਹਨਾਂ ਪਿਛਲੇ 2-2.5 ਮਹੀਨਿਆਂ ਦੇ ਵਿੱਚ ਇੱਕ ਬਦਲਾਵ ਦੀ ਹਵਾ, winds of change have blown very clearly. Those winds can be seen by everybody, but I think the biggest room in this world is a room for improvement. Now when we are going to announce a particular thing, it will be policy driven. It cannot just be said for the heck of it, ਕਿਉਂਕਿ ਉਹ ਦੇਖੋ, ਜਦੋਂ ਤੁਸੀਂ ਕੋਈ ਚੀਜ਼ ਨੂੰ ਲੋਕਾਂ ਦੇ ਵਿੱਚ ਲਿਜਾਣੇ ਔਰ ਕਹਿੰਦੇ ਆ ਹੋਏਗਾ ਔਰ ਉਹ ਨਹੀਂ ਹੁੰਦਾ, ਉਹਦਾ ਇੱਕ ਇਫੈਕਟ ਆਉਂਦਾ। ਮੇਰੇ ਹਿਸਾਬ ਦੇ ਨਾਲ we will stand on a policy driven, policy ਸਮਝਦੇ ਹੋ ਜੀ, ਨੀਤੀ, ਰਿਸਰਚ ਪਾਲਿਸੀ ਤੇ ਉਹਦੇ ਬਜਟਰੀ ਐਲੋਕੇਸ਼ਨ ਡਰਿਵਨ ਸਿਸਟਮ, ਜਿਹੜਾ ਕਿ ਮਾਫੀਆ ਰਾਜ ਨੂੰ ਖਤਮ ਕਰੂਗਾ। ਦੇਖੋ, ਇੱਕ ਚੀਜ਼ ਬੜੀ ਕਲੀਅਰ ਹੈ, ਅਗਰ ਇਹ ਮਾਫੀਆ ਵਾਲਾ ਸਿਸਟਮ ਖੜਾ ਰਿਹਾ, ਅਗਰ ਤੁਸੀਂ ਸੈਂਡ ਮਾਈਨਿੰਗ ਠੇਕੇਦਾਰੀ ਨੂੰ ਦਿੱਤੀ, ਅਗਰ ਤੁਸੀਂ ਮਤਲਬ ਸ਼ਰਾਬ ਪੌਂਟੀ ਚੱਡਿਆਂ ਨੂੰ, ਜਿੱਦਾਂ ਕੇਜਰੀਵਾਲ ਨੇ ਦੇਤੀ ਪੌਂਟੀ ਚੱਡਿਆਂ ਨੂੰ, ਤੇ ਬਾਕੀਆਂ ਨੂੰ ਮਤਲਬ 2-4 ਬੰਦਿਆਂ ਨੂੰ ਦੇ ਦਿੱਤੀ ਔਰ ਪੰਜਾਬ ਫੇਰ ਮਾਰਤਾ, ਤੇ ਫੇਰ ਮੈਂ ਤੁਹਾਨੂੰ ਅੱਜ ਇੱਕ ਗੱਲ ਦੱਸ ਦਿੰਦਾ, ਫੇਰ ਪੰਜਾਬ ਖੜਾ ਨਹੀਂ ਹੁੰਦਾ। ਸੋ ਵੀ ਆਰ ਵੈਰੀ ਕਲੀਅਰ ਦੈਟ ਵੀ ਵਿਲ ਮੇਕ ਦਿਸ ਚੇਂਜ, we will bring about this change through policy, and it will be in front of you in the next 5-10 days। ਹੁਣ ਤੇ ਜ਼ਿਆਦਾ ਕੋਈ ਦੇਰ ਰਹਿ ਨਹੀਂ ਗਈ। ਬਾਕੀ ਇਹ ਪਿਛਲੇ ਕਿੰਨੇ ਦਿਨਾਂ ਦੇ ਵਿੱਚ ਕੀ ਹੋਇਆ ਕੀ ਨਹੀਂ ਹੋਇਆ, ਇਹਦੇ ਚ ਮਹਾਰਾਜ ਮੈਂ ਤੁਹਾਨੂੰ ਕੁਝ ਨਹੀਂ ਦੱਸ ਸਕਦਾ, ਤੁਸੀਂ ਜ਼ਿਆਦਾ ਸਿਆਣੇ ਹੋ, ਜੋ ਵੀ ਤੁਹਾਨੂੰ ਜਦੋਂ ਅਫਸਰਾਂ ਨੇ ਨਹੀਂ ਦਿੱਤਾ, ਅਫਸਰਾਂ ਨੂੰ ਪਤਾ ਹੈ ਕਿ ਡਾਇਨੋਸਾਰ ਆ ਸਕਦੇ ਨੇ ਪ੍ਰਿਥਵੀ ਦੇ ਉੱਤੇ, ਐਕਸਟਿੰਕਟ ਡਾਇਨੋਸਾਰ ਜਿਉਂਦੇ ਹੋ ਕੇ ਦੁਬਾਰਾ ਪੰਜਾਬ ਦੇ ਵਿੱਚ ਆ ਸਕਦੇ ਆ, ਅਕਾਲੀਆਂ ਹੀ ਸਰਕਾਰ ਨਹੀਂ ਬਣਦੀ। ਸਭ ਨੂੰ ਪਤਾ ਹੈ ਇਹ ਗਿੱਦੜ ਭਬਕੀਆਂ ਜਿਹੜੀਆਂ ਨੇ, ਜਿਹੜਾ ਗਰਜਦਾ ਹੁੰਦਾ ਉਹ ਵਰਸਦਾ ਨਹੀਂ। ਮੈਨੂੰ ਦੱਸੋ, ਇਹ ਗੁੰਡਾ ਬਦਮਾਸ਼ ਹੈ ਵੀ ਐ ਕਰ ਦੂੰਗਾ ਉਹ ਕਰ ਦੂੰਗਾ? ਭਾਈ ਤੂੰ ਮਤਲਬ ਇੱਕ ਪ੍ਰਧਾਨ ਹੈ ਪਾਰਟੀ ਦਾ, ਤੂੰ ਅਫਸਰਾਂ ਨੂੰ ਡਰਾਉਂਦਾ ਫਿਰਦਾ, ਫਿਰ ਤੂੰ ਇਹ ਕਹਿੰਦਾ ਫਿਰਦਾ ਅਸੀਂ ਐ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ। ਇਹ ਪਹਿਲਾਂ ਚੱਲ ਜਾਂਦਾ ਸੀ, ਲੱਕੜ ਦੀ ਹਾਂਡੀ ਦੁਬਾਰਾ ਨਹੀਂ ਚੜ੍ਹਦੀ। ਮਤਲਬ ਇਹ ਗਿੱਦੜ ਭਬਕੀਆਂ ਨਾਲ ਨਹੀਂ, ਕਿਸੇ ਏਜੰਡੇ ਦੇ ਉੱਤੇ, ਕਿਸੇ ਰੋਡ ਮੈਪ ਦੇ ਉੱਤੇ ਤੈਂ ਪੰਜਾਬ ਦਾ ਬੇੜਾ ਗਰਕ ਕੀਤਾ। ਤੁਹਾਡੇ 10 ਸਾਲਾਂ ਦੇ ਵਿੱਚ 1.5 ਲੱਖ ਕਰੋੜ ਰੁਪਇਆ ਕਰਜ਼ਾ ਚੜਿਆ। ਆਖਰੀ ਦਿਨ ਜਾਂਦੇ ਜਾਂਦੇ ਤੁਸੀਂ 32,000 ਕਰੋੜ ਰੁਪਇਆ ਕਰਜ਼ਾ ਚੜਾ ਕੇ ਗਏ, ਜਿਹਦੇ 272 ਕਰੋੜ ਰੁਪਇਆ ਹਰ ਮਹੀਨੇ ਪੰਜਾਬ ਪੇ ਕਰਦਾ।
ਤੁਹਾਨੂੰ ਸ਼ਰਮ ਨਹੀਂ ਆਉਂਦੀ ਵੀ ਅੱਜ ਤੁਸੀਂ ਖੜ ਕੇ ਫੇਰ ਇਹੀ ਗੁੰਡਾ ਬਦਮਾਸ਼ੀ ਕਰਦੇ ਹੋ? ਪਹਿਲਾਂ ਤੁਸੀਂ ਇੱਕ ਇੰਸਪੈਕਟਰ ਦੀ ਜਿਹੜਾ ਆਪਣੀ ਕੁੜੀ ਦੀ ਇੱਜ਼ਤ ਬਚਾਉਣ ਆਇਆ ਸੀਗਾ ਉਹਦੀ ਲਾਸ਼ ਤੇ ਚੜ੍ਹ ਕੇ ਚੀਕਾਂ ਮਾਰਦੇ ਸੀ। ਫਿਰ ਤੁਸੀਂ ਲਾਅ ਐਂਡ ਆਰਡਰ ਦਾ ਹਾਲ ਦੇਖੋ ਇਹਨਾਂ ਦੇ ਟਾਈਮ ਦੇ ਉੱਤੇ ਕੀ ਸੀ। ਫਿਰ ਤੁਸੀਂ ਹਰ ਚੀਜ਼ 'ਚ ਕੁੱਟਦੇ ਤੇ ਲੁੱਟਦੇ ਸੀ। ਤੁਸੀਂ ਬੱਸਾਂ ਲੋਕਾਂ ਦੀਆਂ ਖੋਹਦੇ ਸੀ, ਕਿਰਪਾਨਾਂ ਰੱਖ ਕੇ ਤੁਸੀਂ ਲੋਕਾਂ ਦੀਆਂ ਬੱਸਾਂ ਖੋਹੀਆਂ। ਤੁਸੀਂ ਗੁਰੂ ਸਾਹਿਬ ਨਹੀਂ ਬਖਸ਼ੇ, ਤੁਸੀਂ ਗੁਰੂ ਸਾਹਿਬ ਦੀ ਬੇਅਦਬੀ ਜਿਹੜੀ ਹੈਗੀ ਹੈ ਇਸ ਗੱਲ ਦਾ ਪ੍ਰਮਾਣ ਹੈ ਕਿ ਵੋਟਾਂ ਖਾਤਰ ਤੁਸੀਂ ਪੋਲਰਾਈਜੇਸ਼ਨ ਦੇ ਖਾਤਰ ਤੁਸੀਂ ਕਿਸ ਤਰ੍ਹਾਂ ਗਿਰ ਗਏ। ਜਿਨ੍ਹਾਂ ਦੀ ਰੋਟੀ ਬੇਟੀ ਦੀ ਸਾਂਝ ਨਹੀਂ ਸੀ ਉਹਨਾਂ ਨੂੰ ਮਾਫੀਆਂ ਦਵਾਈਆਂ ਤੁਸੀਂ। ਜਿਹੜਾ ਪੰਥ 40 ਸਾਲ ਦੇ ਵਿੱਚ ਜਿਹੜੇ ਪੰਥ ਦੇ ਨਾਂ ਦੇ ਉੱਤੇ ਤੁਸੀਂ ਰਾਜ ਕਰਦੇ ਸੀ ਉਹ ਪੰਥ ਡਟ ਕੇ ਖੜਾ ਸੀ। ਤੂੰ ਜਿਹਦਾ ਮਰਜ਼ੀ ਨਾਮ ਲੈ। ਇਹ ਅਫਸਰਾਂ ਵਾਲੀ ਗੱਲ ਜਿਹੜੀ ਹੈ ਨਾ, ਇਹ ਡਰਾਉਣਾ ਧਮਕਾਉਣਾ, ਇਹ ਮਤਲਬ ਇਹ ਲੋਕਤੰਤਰ ਨੂੰ ਸ਼ੋਭਾ ਹੀ ਨਹੀਂ ਦਿੰਦਾ। ਲੋਕਤੰਤਰ ਅਹੰਕਾਰ ਨਹੀਂ ਸਹਿੰਦਾ। ਛੋਟੇ ਕਰਦੇ ਸੀ ਨਾ ਕਿ ਉਹ ਉਹਨਾਂ ਦੇ ਪਿੱਛੇ ਖੜਨ। ਲਾਸਟ ਲਾਈਨ ਮੈਂ ਕਿਹਾ ਲੋਕਤੰਤਰ ਅਹੰਕਾਰ ਨਹੀਂ ਸਹਿੰਦਾ। ਇਸ ਅਹੰਕਾਰ ਕਰਕੇ ਹੀ ਇਹ 14 ਸੀਟਾਂ ਦੇ ਉੱਤੇ ਆ ਗਏ, ਕਿਉਂਕਿ ਇਹ ਸੋਚਦੇ ਸੀ ਇਹਨਾਂ ਨੂੰ ਰੱਬ ਭੁੱਲਿਆ ਸੀ। ਇਹ ਸੋਚਦੇ ਸੀ ਵੀ ਜੋ 25 ਸਾਲ ਦਾ ਕਬਜ਼ਾ, ਇਹ ਕੀ ਹੈ? ਇਹ 25 ਸਾਲ ਦਾ ਜਿਹੜਾ ਕਬਜ਼ਾ ਕਰ ਲੈ, ਕਬਜ਼ਾ ਤੁਹਾਡੇ ਪਿਓ ਦਾ ਰਾਜ ਸੀ ਲੇਕਿਨ ਲੋਕਾਂ ਨੇ ਬਦਲਦਾ। ਰਾਜਿਆਂ ਤੋਂ ਰੰਕ ਬਣਾਤੇ ਤੁਸੀਂ, ਕਈ ਤੇ ਭਗੌੜੇ ਹੋਏ ਆ। ਇਹ ਮਤਲਬ ਤੁਸੀਂ ਗੱਲ ਨੂੰ ਸਮਝੋ। ਅਹੰਕਾਰ ਇੰਨਾ ਜ਼ਿਆਦਾ ਧੌਣ 'ਚ ਸਰੀਆ ਫਸਾ ਕੇ ਲੋਕਤੰਤਰ ਨੂੰ ਭੈ ਤੰਤਰ ਬਣਾਉਣਾ, ਡਰ ਤੰਤਰ ਬਣਾਉਣਾ ਔਰ ਨਿਭ ਕੇ ਪਾਲਿਸੀ ਦੀ ਗੱਲ ਨਾ ਕਰਨੀ। ਇਹਦੇ ਕੋਲ ਕੀ ਪਾਲਿਸੀ ਹੈ? ਇਹਦੇ ਪੱਲੇ ਕੀ ਹੈ? ਨਾ ਇਹ ਸ਼ਰਾਬ ਬਾਰੇ ਬੋਲ ਸਕੇ, ਨਾ ਇਹ ਇਨਕਮ ਬਾਰੇ ਬੋਲ ਸਕੇ, ਨਾ ਇਹ ਕੇਬਲ ਬਾਰੇ ਬੋਲ ਸਕੇ। ਜੁਝਾਰ ਚਲਾਉਂਦਾ ਰਿਹਾ ਕੇਬਲ, ਲੱਖੀ ਚਲਾਉਂਦਾ ਰਿਹਾ ਇਹਦੀ ਟਰਾਂਸਪੋਰਟ। 2 ਬੱਸਾਂ ਤੋਂ 6000 ਬੱਸਾਂ ਕਰ ਲੀਆਂ, ਪੰਜਾਬ ਦੇ ਦੁੱਖ ਦੇ ਸੁੱਖ ਵਿਲਾਸ ਬਣਾ ਲਏ। ਇਹ ਬੋਲੂ ਕੀ? ਇਹਦੇ ਕੋਲ ਮੁੱਦਾ ਕੀ ਹੈ? ਲੋਲਾ ਆਦਮੀ ਬਿਲਕੁਲ ਜਿਹਨੂੰ ਕਹਿੰਦੇ ਨੇ ਬਸ਼ਰਮ ਹੋਇਆ ਖੜਾ ਹੈ। ਇਹਦੇ ਪੱਲੇ ਕੀ ਹੈ ਮੈਨੂੰ ਦੱਸੋ।